ਮੇਰੇ ਮੁਰਸ਼ਿਦ ਜੀ, ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਜਾਂ ਤਾਂ ਮੇਰਾ ਪਰਦਾ ਖੋਲ੍ਹਣਾ ਨਹੀਂ ਸੀ, ਜੇ ਖੋਲ੍ਹਿਆ ਤੇ ਫਿਰ ਬੰਦ ਕਰਕੇ ਬਹੁਤ ਮੁਸ਼ਕਲ ਹੋ ਗਈ ਬਾਬਾ ਜੀ। ਜਿਹਦਾ ਖੁੱਲ੍ਹ ਕੇ ਬੰਦ ਹੋ ਜਾਏ ਉਹਦੀ ਅੰਦਰ ਦੀ ਹਾਲਤ ਤੁਸੀਂ ਖੁਦ ਜਾਣਦੇ ਹੋ। ਸੱਚੇ ਪਾਤਸ਼ਾਹ 21 ਸਾਲ ਪਹਿਲੇ ਮੈਂ ਆਇਆ ਸੀ ਤੁਹਾਡੇ ਕੋਲ, ਤੁਸੀਂ ਕਿਹਾ ਸੀ ਬੇਟਾ ਧਿਆਨ ਉਲਟ ਗਿਆ, ਧਿਆਨ ਕਰਨਾ ਸਭ ਕੁਛ ਦੁਆਰੇ ਅੱਗੇ ਆ ਜਾਏਗਾ। ਸੱਚੇ ਪਾਤਸ਼ਾਹ ਦਿਆ ਕਰੋ, ਪਰਦਾ ਖੋਲ ਦਿਓ, ਮੇਰਾ ਬਹੁਤ ਜੀਣਾ ਮੁਸ਼ਕਲ ਹੋ ਗਿਆ ਹੈ। ਜਵਾਬ ਦਿਓ ਸੱਚੇ ਪਾਤਸ਼ਾਹ, ਮੈਨੂੰ ਖੋਲ੍ਹਣਾ ਜਾਂ ਨਾ ਖੋਲ੍ਹਣਾ, ਮੇਰਾ ਉਮਰ ਹੀ ਬੀਤ ਗਈ ਵਿਛੋੜੇ ਵਿੱਚ ਮੇਰੇ ਬਾਬਾ ਜੀ। ਇਹੀ ਸਵਾਲ ਹੈ ਮੇਰਾ ਮੇਰੇ ਮੁਰਸ਼ਿਦ ਜੀ, ਬਾਹਰ ਦਾ ਕੋਈ ਸਵਾਲ ਨਹੀਂ। ਬੇਟਾ ਦੂਜੇ ਤਾਂ ਤਰਸ ਰਹੇ ਹੈ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਇਹ ਚੀਜ਼ਾਂ ਮਹਿਸੂਸ ਹੋਣ। ਜੇ ਮਾਲਕ ਨੇ ਆਪਣੇ ਉੱਤੇ ਬਖਸ਼ਿਸ਼ ਕੀਤੀ ਹੈ ਹਾਂਜੀ ਤੇ ਇਹਦਾ ਮਤਲਬ ਹੈ ਕਿ ਸਾਨੂੰ ਵਿਸ਼ਵਾਸ ਤਾਂ ਹੋਣਾ ਚਾਹੀਦਾ ਹੈਗਾ। ਹਾਂਜੀ ਹੁਣ ਬਾਕੀ ਵਿਰਹ ਦੀ ਗੱਲ ਆਂਦੀ ਹੈ, ਸਭ ਤੋਂ ਵੱਡੀ ਦਾਤ ਤਾਂ ਵਿਰਹ ਹੈ ਮਾਲਿਕ ਦੀ। ਹਾਂਜੀ ਸੋ ਜੇ ਆਪਾਂ ਉਸ ਵਿਰਹ ਨੂੰ ਅੱਗੇ ਰੱਖ ਕੇ ਭਜਨ ਬੰਦਗੀ ਕਰਾਂਗੇ, ਜਦੋਂ ਆਪਾਂ ਉਸ ਚੀਜ਼ ਦੇ ਲਾਇਕ ਹੋਵਾਂਗੇ, ਮਾਲਿਕ ਆਪਣੇ ਆਪ ਤੇ ਆਊਗਾ। ਸੱਚੇ ਪਾਤਸ਼ਾਹ ਬੰਦਗੀ ਵੀ ਕਰਨਾ, ਅੰਦਰ ਸ਼ਬਦ ਵੀ ਪ੍ਰਗਟ ਹੈ, ਲੇਕਿਨ ਜਿਹੜਾ 21 ਸਾਲ ਪਹਿਲੇ ਅੰਦਰੋਂ ਨਜ਼ਾਰਾ ਆਇਆ ਹੈ, ਦਰਸ਼ਨ ਉੱਤੇ ਗੱਲਾਂ ਥੱਲੇ, ਉਹ ਜਿਹਾ ਰੰਗ ਆਪਾਂ ਰੂਪ ਨਹੀਂ ਮੰਗਣਾ, ਨਹੀਂ ਚੜਦਾ ਸਰ। ਸਾਨੂੰ ਨਹੀਂ ਪਾਉਂਦਾ ਕਿ ਆਪਾਂ ਮੰਗੀਏ ਬੇਟਾ। ਆਪਾਂ ਤਾਂ ਉਹਦੇ ਹੁਕਮ ਵਿੱਚ ਰਹਿਣਾ ਹੈ, ਮੰਗਣਾ ਨਹੀਂ। ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਉਹਦੇ ਹੁਕਮ ਵਿੱਚ ਰਹਿ ਕੇ ਆਪਣੇ ਵੱਲੋਂ ਭਜਨ ਬੰਦਗੀ ਕਰੋ। ਜਦੋਂ ਉਹ ਕਾਬਿਲ ਸਮਝੂਗਾ ਕਿ ਅਸੀਂ ਉਸ ਚੀਜ਼ ਨੂੰ ਸੰਭਾਲ ਸਕਦੇ ਹਾਂ, ਆਪਣੇ ਆਪ ਤੇ ਹੋਊਗਾ। ਠੀਕ ਹੈ ਸਰ। ਬਾਬਾ ਜੀ ਤੁਹਾਡੀ ਦਿਆ ਪਹਿਲਾਂ ਦਿੱਤੀ, ਤੁਹਾਡੀ ਬਖਸ਼ੀ ਸੇਵਾ ਤੇ ਮੈਂ ਸਾਰਾ ਘਰ ਦਾ ਕੰਮ ਮੰਮੀ ਦੇ ਸਿਰ ਤੇ ਛੱਡ ਕੇ ਚਲੀ ਜਾਂਦੀ ਆ ਕਿ ਮੈਂ ਕੁਛ ਗਲਤ ਤਾਂ ਨਹੀਂ ਕਰ ਰਹੀ। ਨਹੀਂ ਬੇਟਾ, ਆਪਾਂ ਮਾਂ-ਬਾਪ ਦੀ ਸੇਵਾ ਕਰਨੀ ਹੈ, ਮਾਂ-ਬਾਪ ਨੇ ਸਾਡਾ ਖਿਆਲ ਰੱਖਣਾ ਹੈਗਾ। ਜੇ ਤੁਸੀਂ ਨੌਕਰੀ ਤੇ ਜਾਂਦੇ ਹੋ ਤਾਂ ਮਾਂ ਘਰ-ਬਾਰ ਨੂੰ ਸੰਭਾਲ ਲੈਂਦੀ, ਉਹਦੇ 'ਚ ਕੀ ਗਲਤੀ ਹੈ ਬੇਟਾ? ਬਾਬਾ ਜੀ ਏਦਾਂ ਤਾਂ ਨਹੀਂ ਵੀ ਮੈਂ ਕਿਸੇ ਜ਼ਿੰਮੇਵਾਰੀ ਤੋਂ ਭੱਜ ਰਹੀ ਹਾਂ ਆਪਣੇ। ਨਹੀਂ, ਨੌਕਰੀ ਕਰਦੇ ਹੋ ਤੁਸੀਂ। ਨਹੀਂ ਬੇਟਾ, ਬੈਲੈਂਸ ਰੱਖਿਆ ਕਰੋ। ਦੇਖੋ, ਸੇਵਾ ਦਾ ਮਤਲਬ ਇਹ ਨਹੀਂ ਕਿ ਕਿਸੇ ਧਰਮ ਸਥਾਨ ਤੇ ਕੋਈ ਜਾ ਕੇ ਕੰਮ ਕਰਨਾ। ਸੇਵਾ ਦਾ ਮਤਲਬ ਹੈ ਜੋ ਇਨਸਾਨ ਨਿਸ਼ਕਾਮ ਹੋ ਕੇ ਕਰਦਾ ਹੈ, ਜਿੱਥੇ ਗਿਣਤੀ ਨਹੀਂ ਗੀ। ਤਾਂ ਜੇ ਘਰੇ ਵੀ ਆਪਾਂ ਕਰਾਂਗੇ, ਉਹ ਵੀ ਆਪਣੀ ਸੇਵਾ ਬਣ ਜੂਗੀ ਬੇਟਾ। ਇਹ ਜ਼ਰੂਰੀ ਤਾਂ ਨਹੀਂ ਕਿਸੇ ਸੰਘ ਘਰ ਦੀ ਸੇਵਾ ਹੈ ਤਾਂ ਘਰੇ ਸੇਵਾ ਨਹੀਂ ਗੀ। ਠੀਕ ਹੈ ਬਾਬਾ ਜੀ। ਬਾਬਾ ਜੀ, ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਾਨਾ ਕਰਨਾ ਚਾਹੁੰਦੀ ਹਾਂ, ਬਹੁਤ-ਬਹੁਤ। ਮੈਂ ਆਪਣੇ ਅੰਦਰੋਂ ਮੈਨੂੰ ਖਤਮ ਕਰਨਾ ਚਾਹੁੰਦੀ ਹਾਂ। ਤਾਂ ਚੰਗੀ ਗੱਲ ਹੈ ਬੇਟਾ, ਮਗਰ ਇਹ ਸਿਰਫ ਸੋਚ ਨਾਲ ਨਹੀਂ ਹੋਣਾ। ਆਪਾਂ ਜਦੋਂ ਸੇਵਾ ਵਿੱਚ ਲੱਗਾਂਗੇ, ਦੂਜਿਆਂ ਨੂੰ ਦੇਣਾ ਸਿੱਖਾਂਗੇ, ਤਾਂ ਮਨ ਵਿੱਚ ਨਿਮਰਤਾ ਆਊਗੀ, ਤਾਂ ਮਨ ਝੁਕਣਾ ਸਿੱਖੂਗਾ ਬੇਟਾ। ਤਾਂ ਇਸ ਮੈਂ ਔਰ ਮੇਰੀ ਤੋਂ ਆਪਾਂ ਅੱਗੇ ਵਧਾਂਗੇ। ਬਾਬਾ ਜੀ, ਉਹ ਹਾਲਾਤ ਮੈਂ ਅੱਜ ਦੇਖ ਚੁੱਕੀ ਹਾਂ। ਤੁਹਾਡੇ ਸਪੁਰਦ ਹੋ ਕੇ ਮੈਂ ਇੱਥੇ ਤੱਕ ਹੀ ਪਹੁੰਚ ਪਾਈ ਹਾਂ। ਮੈਂ ਆਪਣੇ ਆਪ ਨੂੰ ਮੈਂ ਖਤਮ ਕਰਨਾ ਚਾਹੁੰਦੀ ਹਾਂ ਇਹਦੇ ਵਿੱਚ। ਬੇਟਾ, ਉਹ ਵਕਤ ਦੇ ਨਾਲ ਹੋਊਗਾ। ਮੈਂ ਬੇਨਤੀ ਕੀਤੀ ਹੈ ਸਿਰਫ ਸੋਚ ਵਿਚਾਰ ਦੇ ਨਾਲ ਨਹੀਂ। ਸੋ ਜਿਵੇਂ ਜਿਵੇਂ ਆਪਾਂ ਅੱਗੇ ਜ਼ਿੰਦਗੀ 'ਚ ਵਧਾਂਗੇ ਬੇਟਾ, ਸਾਰਿਆਂ ਨਾਲ ਵੰਡਣਾ ਸਿੱਖਾਂਗੇ, ਸਾਨੂੰ ਆਪਣੀ ਔਕਾਤ ਦਾ ਅਹਿਸਾਸ ਹੋਊਗਾ, ਤਾਂ ਹੀ ਮੈਂ ਔਰ ਮੇਰੀ ਮਿਟੂਗੀ। ਠੀਕ ਹੈ ਬਾਬਾ ਜੀ, ਬਾਬਾ ਜੀ ਇੱਕ ਛੋਟਾ ਜਿਹਾ ਕੁਐਸਚਨ ਪਲੀਜ਼। ਬਾਬਾ ਜੀ, ਦਾੜੀ ਕੇਸ ਰੱਖਣਾ ਵੀ ਜ਼ਰੂਰੀ ਕਿੱਦਾਂ? ਕੀ ਇਹਦਾ ਦਾੜੀ ਕੇਸ ਰੱਖਣ ਦਾ ਕੋਈ ਪਰਮਾਰਥ ਦੇ ਨਾਲ ਸੰਬੰਧ ਹੈ? ਬੇਟਾ, ਇਹ ਚੀਜ਼ਾਂ ਸਿੰਬੋਲਿਕ ਹੈ। ਪਹਿਲੇ ਜ਼ਮਾਨੇ ਵਿੱਚ ਸਾਰੇ ਹੀ ਲੰਬੇ ਕੇਸ਼ ਰੱਖਦੇ ਸੀ, ਦਾੜੀਆਂ ਰੱਖਦੇ ਸੀ, ਔਰ ਸਿਰ ਢੱਕਣ ਨੂੰ, ਕਿਉਂਕਿ ਮੌਸਮ ਦੀ ਗੱਲ, ਇੱਥੇ ਗਰਮੀ ਬਹੁਤ ਹੁੰਦੀ ਸੀ ਤਾਂ ਸਿਰ ਵੀ ਢੱਕਦੇ ਸੀਗੇ। ਮਗਰ ਇਹ ਕਹਿਣਾ ਕਿ ਜੀ ਰੂਹਾਨੀਅਤ ਦਾੜੀ ਵਿੱਚ ਹੈ, ਸੋ ਇਸ ਕਰਕੇ ਬੇਟਾ ਇਹ ਤਾਂ ਹਰੇਕ ਮਜ਼ਹਬ ਦਾ ਆਪਣੀ ਆਪਣੀ ਇਹ ਬਣਾਈ ਹੋਈ ਹੈ ਪਹਿਚਾਨ। ਇਹ ਸਿੰਬਲਿਜ਼ਮ ਹੈ। ਇਹ ਸੋਚਣਾ ਕਿ ਜੀ ਲੰਬੇ ਦਾੜੀ ਹੋਊਗੀ ਤਾਂ ਕੋਈ ਜ਼ਿਆਦਾ ਭਜਨ ਸਿਮਰਨ ਹੋ ਜਾਊਗਾ, ਛੋਟੀ ਹੋਊਗੀ ਤਾਂ ਘੱਟ ਹੋਊਗਾ। ਮਾਲਿਕ ਦਾ ਨੇ ਸਾਡਾ ਪਿਆਰ ਉਹ ਦਾੜੀ ਨਾਲ ਨਹੀਂ ਮਿਲਣਾ। ठीक है जी, चल ठीक है बाबा जी। बाबा जी, जो एक शिष्य का गुरु के साथ रिश्ता होता है, जैसे वो गुरु के दर्शन करता है या सेवा करता है, या जो गुरु ने उसके लिए किया,
क्या हमें किसी के साथ शेयर करना चाहिए या नहीं? बेटे जो भी मिलता है उसकी कदर तो हमें होगी, दूसरे को क्या मालूम है उसकी गहराई, उसकी इंटेंसिटी के बारे में। तो जिसको मिलता है अगर वो कदर नहीं करेगा तो दूसरा कहाँ से कदर करेगा बेटा। और जै- जब हम बातें शेयर करते हैं ना तो दूसरे को फायदा कम होता है, थोड़ी सी जेलसी जरूर हो जाती है कि जी मेरे साथ क्यों नहीं होता। सो इसलिए बेटा जो चीज हजम करेंगे उसी में से ताकत मिलेगी ना। ਬਾਬਾ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ। ਮੈਂ ਇਹ ਬੁਖਾਰੀ ਦਰਦਾ ਤੇਰਾ ਤੁਸੀਂ ਠਕਰਾਵੋ ਨਾ, ਇਹ ਜਗਤ ਦੇ ਰੁਲਿਆਂ ਨੂੰ ਹੋਰ ਲਾਵੋ ਨਾ, ਛੱਡ ਕੇ ਦਵਾਇਆ ਤੇਰਾ ਕਿਹਦੇ ਦਰ ਮੈਂ ਜਾਵਾਂ। ਸਾਰਾ ਜੱਗ ਮੈਨੂੰ ਵੈਰੀ ਦਿਸਦਾ, ਕਿਹਨੂੰ ਆਪਣਾ ਬਣਾਵਾਂ। ਬਖਸ਼ਣ ਹਾਰਾ ਬਖਸ਼ ਲੈ ਬਖਸ਼ ਲੈ। ਬੇਟਾ ਆਪਣਾ ਨਾ ਜਿੰਨਾ ਧਿਆਨ ਆਪਾਂ ਦੁਨੀਆ ਵੱਲ ਦਿੰਦੇ ਆ, ਜੇ ਉਸ ਤੋਂ ਅੱਧਾ ਵੀ ਮਾਲਕ ਵੱਲ ਦੇਈਏ ਨਾ, ਮਾਲਕ ਨਹੀਂ ਕਦੇ ਸਾਥ ਛੱਡਦਾ। ਜਿਹਦਾ ਕੋਈ ਨਹੀਂ ਹੁੰਦਾ ਉਹਦਾ ਮਾਲਿਕ ਹੁੰਦਾ ਹੈ। ਸੋ ਇਸ ਕਰਕੇ ਆਪਾਂ ਨਹੀਂ ਘਬਰਾਣਾ। ਜੇ ਆਪਾਂ ਵਿਸ਼ਵਾਸ ਰੱਖਾਂਗੇ, ਉਹਦੇ ਭਾਣੇ 'ਚ ਰਵਾਂਗੇ, ਸੰਭਾਲ ਮਾਲਿਕ ਨੇ ਕਰਨੀ ਹੈ। ਇਨਸਾਨ ਸਿਰਫ ਇੱਕ ਜ਼ਰੀਆ ਬਣ ਕੇ ਆਂਦਾ ਹੈ। ਸੋ ਆਪਾਂ ਕਦੇ ਹਿੰਮਤ ਨਹੀਂ ਹਾਰਨੀ। ਬਾਬਾ ਜੀ, ਅੱਜ ਦੇ ਟਾਈਮ ਵਿੱਚ ਇੱਕ ਸ਼ਿਸ਼ ਦਾ ਆਪਣੇ ਗੁਰੂ ਨਾਲ ਵਿਸ਼ਵਾਸ ਮਤਲਬ ਇੱਕ ਰਿਸ਼ਤਾ ਆਪਾਂ ਕਹਿੰਦੇ ਹਾਂ ਨਾ, ਉਹ ਕਿਸ ਤਰ੍ਹਾਂ ਮਤਲਬ ਪੂਰਾ ਮਤਲਬ ਵਿਸ਼ਵਾਸ ਬਣ ਸਕਦਾ ਹੈ ਉਸਦਾ? ਜਿਵੇਂ ਅੱਜ ਤੁਸੀਂ ਕਹਿੰਦੇ ਹੋ ਵੀ ਲੌਜਿਕ ਨਾਲ ਚੱਲਣਾ ਚਾਹੀਦਾ ਹੈ, ਤਾਂ ਉਹਨਾਂ ਮਨ 'ਚ ਸਵਾਲ ਪੈਦਾ ਹੁੰਦੇ ਨੇ। ਬੇਟਾ ਸਵਾਲ ਤਾਂ ਜਿੰਨਾ ਚਿਰ ਮਨ ਹਾਵੀ ਹੈ ਉਹਨਾਂ ਚਿਰ ਸਵਾਲ ਤਾਂ ਪੈਦਾ ਹੋਣਗੇ। ਮਗਰ ਸਾਨੂੰ ਵੀ ਬੇਟੀ ਨੇ ਹੁਣੇ ਸ਼ਬਦ ਗਾਇਆ ਸੀ ਨਾ, ਤੇਰੇ ਭਰੋਸੇ। ਸੋ ਇਸ ਕਰਕੇ ਬੇਟਾ ਕਰਨ ਕਰਾਉਣ ਵਾਲਾ ਤਾਂ ਮਾਲਿਕ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਹੀਂ ਕੋਈ। ਹਾਂਜੀ। ਸੋ ਕਰਨ ਕਰਾਉਣ ਵਾਲਾ ਮਾਲਿਕ ਹੈ, ਆਪਾਂ ਤਾਂ ਉਹਦੇ ਹੁਕਮ ਵਿੱਚ, ਉਹਦੇ ਭਾਣੇ ਵਿੱਚ ਰਹਿਣਾ ਹੈ। बाबा जी, मेरे सपने बहुत बड़े हैं, मम्मा पापा का साथ भी है, लेकिन मैं छोटी छोटी बातों पे बहुत इमोशनल हो जाती हूँ, डर जाती हूँ, टेंशन लेती हूँ। मुझे लगता है वो मेरे सपने में रुकावट है। मेरे को क्या करना चाहिए? नहीं बेटा, बड़ा सोचो, ठीक है ना। बड़ा सोचेंगे तभी तो आगे बढ़ पाएंगे। जिंदगी रुक नहीं सकती, या आगे जाएगी या पीछे जाएगी। तो इसलिए बड़ा सोचो और उसकी तरफ अपनी तरफ से कोशिश करो, और सच्चे दिल से कोशिश करेंगे, मालिक जरूर साथ देगा बेटा। बाबा जी, मेरा क्वेश्चन है कि मैं जब सिमरन पे बैठता हूँ तो उस समय जब प्रकाश दिखाई देता है तो एकदम आंखें खुल जाती। बेटा शुरू शुरू में ऐसी कभी कभी अवस्था होती है, मगर आप घबराओ ना। आप बैठ के कोशिश करते जाएं और आहिस्ता आहिस्ता अपने आप सब स्थिर हो जाएगा। बाबा जी, अगर कोई हम पे इल्ज़ाम लगाए कि आपकी बददुआओं के कारण इसकी मौत हुई, क्या ऐसा हो सकता है? बददुआओं से नहीं। किसी की मौत हो सकती है? नहीं बेटा, अगर ऐसे हो सकता तो अभी तक दुनिया ने खत्म हो जाना था, क्योंकि हर एक को कोई ना कोई बुरा लगता है, तो दुनिया ने तो अपने आप खत्म हो जाना था बेटा। ये तो हमारी सोच है, हमारी सोच के साथ दुनिया नहीं चल सकती। हर एक इंसान अपनी किस्मत लेके आया है, उसका वही होना जो उसकी किस्मत में लिखा है। आप चाहे उसके लिए अच्छा सोचें बुरा सोचें, उसका कोई असर नहीं। तो बाबा जी, एक फौजी को रिटायरमेंट से पहले नामदान लेना चाहिए या नहीं लेना चाहिए? क्योंकि वहाँ पे जो लांगरी होते हैं और रसोई होती है, एक ही होती है। नहीं लेने बेटा, आप मत खाएं। अगर दूसरा खाते हैं वो तो आप किसी की जिंदगी उसके लिए जी नहीं सकते। आप अपना खाना अलग करें। जी राधा जी, बाबा जी, सेवा में मन लगाए रखना और सिमरन भजन की ताकत देना। Babaji, I'd like to ask you a bit about the origin of the holy names. So, as I was learning about the quest of Baba Jaimal Singh Ji, he was searching. So, that led him to a first master. So, is it something that has been curated by our line of masters, or is that a higher manifestation? नहीं बेटा, the power is not in any words. The power is in the person who gives us the words. He can tell us to repeat car, bus, truck, whatever. So it's not that alphabet
द लेटर. Kabir Sahib says, 52 अक्षर लोक तरह सब के छिन माहे, ये अक्षर खिन जाएंगे, वो अक्षर इनमें ना है. So that is just to help you to collect your attention. But the real Shabad, that nobody can describe. That you have to experience for yourself. So Babaji, when I try to repeat the names, I don't know, it has become almost synonymous with this acute pain, even when I sleep or That's when because you've associated it like that bit in the beginning. Ji. But meditation basically is to help you relax, help you focus, not to make you tense up. I've been failing at it. Then just restart and be relaxed. ਬਾਬਾ ਜੀ ਮੇਰਾ ਕੁਐਸਚਨ ਇਹ ਆ ਕਿ ਜੇ ਆਪਾਂ ਨੂੰ ਕਿਤੋਂ ਸਿੱਖਿਆ ਮਿਲਦੀ ਹੈ ਪਰਮਾਰਥ ਦੇ ਰਿਲੇਟਡ ਕਿ ਆਪਾਂ ਨੂੰ ਅੱਗੇ ਜਾਣ ਵਾਸਤੇ ਰੱਬ ਦੇ ਨਾਲ ਮਿਲਣ ਵਾਸਤੇ ਤੇ ਪਰ ਸੁਣਨ ਦੇ ਵਿੱਚ ਮਿਲਦਾ ਕਿ ਆਪਾਂ ਦੋ ਬੇੜੀਆਂ ਦੇ ਵਿੱਚ ਪੈਰ ਰੱਖਦੇ ਪਏ ਆ ਆਪਾਂ ਨੂੰ ਨਾਮ ਵੀ ਮਿਲਿਆ ਹੋਇਆ ਹੈ ਤੇ ਆਪਾਂ ਦੂਜੇ ਪਾਸੇ ਵੀ ਜਾ ਰਹੇ ਹਾਂ ਇਹ ਗਲਤ ਹੈ ਕਿ ਸਹੀ ਆ ਬੇਟਾ ਰਸਤਾ ਤਾਂ ਆਪਾਂ ਨੂੰ ਇੱਕੋ ਹੀ ਚੁਣਨਾ ਪਊਗਾ ਹੁਣ ਆਪਾਂ ਇਹ ਸੋਚੀਏ ਹੁਣ ਜਿਵੇਂ ਜੇ ਦੁਕਾਨਦਾਰ ਨੇ ਸਾਰੇ ਮਹਾਂਪੁਰਖਾਂ ਦੀਆਂ ਤਸਵੀਰਾਂ ਆਪਣੇ ਦੁਕਾਨ 'ਚ ਲਾਈਆਂ ਵੀ ਹੈ ਸੋਚ ਉਹਦੀ ਕੀ ਹੈ ਕਿ ਜੇ ਇੱਕ ਨਹੀਂ ਤਾਂ ਦੂਜਾ ਮੇਰਾ ਭਲਾ ਕਰੂਗਾ ਹੁਣ ਐ ਹੋ ਸਕਦਾ ਮਿਲੂਗਾ ਤਾਂ ਆਪਣੀ ਕਿਸਮਤ ਦਾ ਭਾਵੇਂ ਤਸਵੀਰ ਲੱਗੀ ਹੈ ਨਾ ਲੱਗੀ ਹੈ ਸੋ ਇਸ ਕਰਕੇ ਬੇਟਾ ਇਸ਼ਟ ਤਾਂ ਇੱਕੋ ਹੀ ਹੁੰਦਾ ਹੈ बाबा जी हर पल मालिक की याद में कैसे रह सकते हैं बेटा सोच की बात है जिसके साथ इंसान प्यार करता है उसको कैसे भूल सकता है बेटा पर अब करने कराने वाला तो मालिक है अगर हम माँ बाप से प्यार करते हैं उससे कहीं ज्यादा तो हमें मालिक से करना चाहिए सब सुखदाता राम है दूसर नहीं कोई बाबा जी और मनुष्य जन्म में मतलब हमारा लक्ष्य क्या होना चाहिए मकसद क्या होना चाहिए सोजन निर्मल जन आप पछाता अपनी पहचान करने के लिए बेटा हमारा असल वजूद क्या है इस वक्त तो हम शरीर के दायरे में हैं तो हमने सब कुछ शरीर के साथ जोड़ा हुआ है और जब शरीर से आगे बढ़ के रूहानियत के दायरे में जाएंगे अपने असल का एहसास होगा तभी तो ये जीवन का मकसद पूरा कर पाएंगे क्वेश्चन ये कि जब हमारे घर पे किसी बच्ची की शादी होती है या भगवान ना करे बीमारी आ जाती है तो हम दिलो जान से जो है वो खर्चा करते हैं पर जब हमसे कोई किसी अपनी बच्ची के लिए कोई हेल्प मांगने आता है कि भाई मेरी बच्ची की शादी है या कोई ऑपरेट वगैरह करवाना है तो हम उसको जो है ना इतना दे नहीं पाते 100-200 दे के 500 दे के उसको जो है वो बेटा ये तो देखो देने की करते हैं पर वो दे नहीं पाते इतना इंसान उतना करना चाहिए जो निभा सकता है बेटा ठीक है अब मेरे अगर जेब में कोई पैसे नहीं है और मैं चल पड़ूं दूसरों की मदद करने तो वो कर नहीं पाऊंगा बेटा सो इस करके अपना दायरा एक बैलेंस रखें मालिक ने विवेक दी है कि हम सोच समझ के कदम रखें तो जितना आप सोचते हैं कि आप कर सकते हैं ज़रूर करना चाहिए मगर ज़्यादा करने से अगर आपके घर में प्रॉब्लम हो जाएगी तो फिर हमें से आना कौन कहेगा मेरा एक सवाल है बाबा जी अगर कोई शागिर्द पढ़ाई में कम होता है कमज़ोर होता है जैसे कि हम हैं उसका टीचर उसको ग्रेस मार्क्स देके उसे पास करता है ऐसा संतमत मार्ग में कोई ऐसी चांस है बेटा इससे बड़ी उस मालिक की बख्शिश और क्या हो सकती है कि उसने इंसान का जामा दिया है बेटा अगर हम अपनी काबिलियत पे देखें हम तो कीड़े मकोड़े से भी नीचे हैं जी बाबा तो उसने तो पहले ही बहुत बख्शिश की है फिर उसने बख्शिश कर दी कि हमें परमार्थ के साथ जोड़ दिया जी बाबा अब तो हमें अपने ऊपर बख्शिश करनी चाहिए कि हम उस चीज़ की कदर करें और उसके काबिल बने
जी बाबा, दादा। बाबा जी सवाल ये है कि ये सृष्टि शब्द ध्वनि पे टिकी हुई है जो हर वक्त गूंज रही है, पर हमने कभी उसे सुना नहीं है। हम मेडिटेशन करते वक्त उस शब्द ध्वनि को कैसे पहचाने? बेटा देखो, अगर आप नास्तिक लोगों को भी लेना और जो मालिक में विश्वास नहीं रखते, तो वो आपको बताते हैं कि सारी चीज़ें ना एनर्जी से बनी हैं और एनर्जी का एक फोकल पॉइंट है। हम एनर्जी को शब्द कह देते हैं, हम फोकल पॉइंट को गॉड कह देते हैं, बात तो वही है। सो जब हम भजन सिमरन में बैठते हैं, ख्याल एकाग्र करेंगे, तो अपने आप हमें अपने अंदर से वो आवाज़ सुनाई देगी, वो क्रिएटिव पावर जो है बेटा। अब वो जो गूंज है वो तो सारी सृष्टि में है, क्योंकि नामो उपजे नामो बिण्स है। ये सृष्टि, इसकी उत्पत्ति सब कुछ पैदा ही नाम के जरिए हुई है, और नाम के बगैर ये सब बिखर जाएगी। हमारे जिस्म में भी, हमारे सारे शरीर में शब्द है। अगर मालिक किसी भी हिस्से से शब्द वापस बुला लेगा ना, वो हिस्सा काम करना बंद कर जाएगा। मगर हमने उसको चैनलाइज करना है और उसको यहाँ फोकस करना है। अब वो जो धुन है या साउंड है वो आता जाता नहीं है, हमारा ध्यान आता जाता है। जिस वक्त हम ध्यान को फोकस करेंगे हमें वो सुनाई देगी बेटा। ਬਾਬਾ ਜੀ ਸਾਨੂੰ ਹਾਰਡ ਵਰਕ ਕਰਨਾ ਚਾਹੀਦਾ ਜਾਂ ਸ਼ਾਰਟਕਟ ਅਪਣਾਉਣਾ ਚਾਹੀਦਾ? ਕਿਉਂਕਿ ਕਈ ਵਾਰ ਮੈਂ ਦੇਖਿਆ ਕਿ ਸਾਨੂੰ ਹਾਰਡ ਵਰਕ ਕਰਕੇ ਉਹ ਸਕਸੈਸ ਨਹੀਂ ਮਿਲਦੀ ਜੋ ਸ਼ਾਰਟਕਟ ਕਰਕੇ ਮਿਲ ਜਾਂਦੀ ਆ, ਤਾਂ ਇਸ ਅਕੋਰਡਿੰਗ ਕੀ ਕਰਨਾ ਚਾਹੀਦਾ ਸਾਨੂੰ? बेटा शॉर्टकट लवांगे और रहूगा ही नहीं गा। ਜਿਹੜੀ ਚੀਜ਼ ਜਿੰਨੀ ਛੇਤੀ ਆਂਦੀ ਹੈ ਉਨੀ ਛੇਤੀ ਚਲੇ ਜਾਂਦੀ ਹੈ। ਜੋ ਚੀਜ਼ ਆਪਾਂ ਮਿਹਨਤ ਨਾਲ ਕਮਾਵਾਂਗੇ ਉਹਦੀ ਕਦਰ ਵੀ ਹੋਊਗੀ, ਆਪਾਂ ਉਹਨੂੰ ਸੰਭਾਲ ਕੇ ਵੀ ਰੱਖਾਂਗੇ। ਸੋ ਇਸ ਕਰਕੇ ਬੇਟਾ ਜ਼ਿੰਦਗੀ 'ਚ ਕੋਈ ਸ਼ਾਰਟਕਟ ਨਹੀਂ ਗਾ। ਇਹ ਆਪਾਂ ਅਸੂਲਾਂ ਦੀ ਕੁਰਬਾਨੀ ਦੇਵਾਂਗੇ, ਗਲਤ ਕਰਾਂਗੇ, ਬੋਝ ਹੋਰ ਇਕੱਠਾ ਕਰ ਲਾਂਗੇ ਬੇਟਾ। ਮੇਰਾ ਸੈਕੰਡ ਕੁਐਸਚਨ ਆ ਬਾਬਾ ਜੀ, ਕਈ ਵਾਰ ਓਵਰ ਥਿੰਕਿੰਗ ਬਹੁਤ ਜ਼ਿਆਦਾ ਹੋ ਜਾਂਦੀ ਆ, ਔਰ ਓਵਰ ਥਿੰਕਿੰਗ ਦੇ ਵਿੱਚ ਡਿਸੀਜਨ ਕਿੱਦਾਂ ਦਾ ਲੈਣਾ ਚਾਹੀਦਾ ਵਾ? ਕਈ ਵਾਰ ਆਪਾਂ ਨੂੰ ਓਪੀਨੀਅਨਸ ਦੂਸਰਿਆਂ ਦੇ ਆਪਣੇ ਨਾਲ ਮੈਚ ਨਹੀਂ ਕਰਦੇ ਹੁੰਦੇ ਹੈਗੇ, ਤਾਂ ਉਹ ਤਾਂ ਉਸ ਕਰ ਹੀ ਨਹੀਂ ਸਕਦੇ ਬੇਟਾ। ਇੱਕ ਘਰ 'ਚ 4 ਜੀ ਹੋਣ, ਉਹਨਾਂ ਦੇ ਓਪੀਨੀਅਨ ਨਹੀਂ ਮੈਚ ਕਰਦੇ ਬੇਟਾ। ਸੋ ਹਰੇਕ ਦੀ ਦੇਖੋ, ਜੋ ਵੀ ਤੁਹਾਡਾ ਓਪੀਨੀਅਨ ਹੈ, ਉਹ ਜੋ ਵੀ ਤੁਹਾਡਾ ਐਕਸਪੀਰੀਅੰਸ ਰਿਹਾ ਜ਼ਿੰਦਗੀ ਦੇ, ਉਹਦੇ ਉੱਤੇ ਚੱਲੂਗਾ ਨਾ। ਹਰੇਕ ਦਾ ਐਕਸਪੀਰੀਅੰਸ ਅਲੱਗ ਹੋਊਗਾ। ਸੋ ਇਸ ਕਰਕੇ ਆਪਾਂ ਆਪਣੀ ਕਰਨੀ ਦੇ ਉੱਤੇ ਆਪਣੀ ਨੀਂਹ ਬਣਾਉਣੀ ਹੈ, ਕਿਸੇ ਹੋਰ ਨੂੰ ਕਾਪੀ ਕਰਕੇ ਨਹੀਂ ਬਣਾਉਣੀ। ਉਹਦੀਆਂ ਤਾਕਤਾਂ, ਉਹਦੀਆਂ ਕਮਜ਼ੋਰੀਆਂ, ਤੁਹਾਡੀ ਤਾਕਤ ਔਰ ਕਮਜ਼ੋਰੀ ਤੋਂ ਅਲੱਗ ਹੈ बेटा। हाँ भाई, मेरा पहला सवाल है कि जैसे किसी धार्मिक जगह पे या किसी घर पे किसी ने कोई अपना लंगर वगैरह लगाया हो या वैसे कोई खाने की चीज़ हो, तो हम वो खा लेते हैं, तो क्या उससे हमारा कर्म बनता है? बेटा दुनिया 'ਚ ਕੋਈ ਚੀਜ਼ ਮੁਫਤ ਨਹੀਂ ਗੀ। ਜੇ ਤਾਂ ਆਪਾਂ ਉਸ ਚੀਜ਼ ਨੂੰ ਵਾਪਸ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਸਕੀਏ ਫਿਰ ਤਾਂ ਠੀਕ ਹੈ। ਮੈਂ ਮੰਨਦਾ ਕਿ ਦੁਨੀਆਦਾਰੀ ਵਿੱਚ ਕਈ ਵਾਰੀ ਨਾ ਨਹੀਂ ਕੀਤੀ ਜਾਂਦੀ, ਮਗਰ ਮਨ 'ਚ ਇਹੀ ਦੇਖੋ ਕਿ ਕੀ ਮੈਂ ਜੋ ਬੋਝ ਚੁੱਕਿਆ ਮੈਂ ਵਾਪਸ ਕਰ ਸਕਦਾ, ਔਰ ਜੇ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਦੇਖਣਾ ਚਾਹੀਦਾ बेटा। ठीक है बाबा। बाबा जी क्वेश्चन ये है कि मैं अपने आसपास देखती हूँ कि आजकल मेहनत करने वालों की कोई वैल्यू ही नहीं है। मतलब लोग बिना मेहनत के इतना कुछ कर रहे हैं, अपनी लाइफ में बहुत खुश हैं, और दूसरी तरफ मेहनत करने वालों की कोई वैल्यू नहीं है। बेटा हमने उत्तर ना मालिक को देना है, इंसानों को नहीं देना। मालिक सब कुछ देख रहा है, और जो अपनी मेहनत की कमाई करके खाता है उसमें बरकत है। आराम से जो चीज़ें मिल जाती हैं इंसान उनकी कदर नहीं करता।